ਅਧਿਆਇ 12 ਕਾਕਾ ਮਹਾਜਨੀ, ਧੁਮਾਲ ਵਕੀਲ, ਸ਼੍ਰੀਮਤੀ ਨਿਮੋਨਕਰ, ਨਾਸਿਕ ਦੇ ਮੁੱਲੇ ਸ਼ਾਸਤਰੀ, ਇੱਕ ਡਾਕਟਰ ਨੂੰ ਬਾਬਾ ਦੀਆਂ ਲੀਲਾਵਾਂ ਦਾ ਅਨੁਭਵ। ਇਸ ਅਧਿਆਇ ਵਿੱਚ ਬਾਬਾ ਕਿਸ ਤਰ੍ਹਾਂ ਭਗਤਾਂ ਨਾਲ ਮੁਲਾਕਾਤ ਕਰਦੇ ਅਤੇ ਕਿਸ ਤਰ੍ਹਾਂ ਦਾ ਵਰਤਾਓ ਕਰਦੇ ਸੀ, ਇਸ ਦਾ ਵਰਣਨ ਕੀਤਾ ਗਿਆ ਹੈ। ਸੰਤਾਂ ਦਾ ਕਾਰਜ। ਅਸੀਂ ਦੇਖ ਚੁੱਕੇ ਹਾਂ ਕਿ ਈਸ਼ਵਰ ਦੇ ਅਵਤਾਰ ਦਾ ਮਨੋਰਥ ਸਾਧੂਆਂ ਦੀ ਰੱਖਿਆ ਅਤੇ ਦੁਰਾਚਾਰੀਆਂ ਦਾ ਨਾਸ਼ ਕਰਨਾ ਹੈ, ਪਰ ਸੰਤਾਂ ਦਾ ਕੰਮ ਤਾਂ ਬਿਲਕੁਲ ਅਲੱਗ ਹੀ ਹੈ। ਸੰਤਾਂ ਦੇ ਲਈ ਸਾਧੂ ਅਤੇ ਦੁਰਾਚਾਰੀ ਇੱਕ ਬਰਾਬਰ ਹਨ। ਅਸਲ ਵਿੱਚ ਉਹਨਾਂ ਨੂੰ ਦੁਰਾਚਾਰ ਕਰਨ ਵਾਲਿਆਂ ਦਾ ਪਹਿਲਾ ਫਿਕਰ ਹੁੰਦਾ ਹੈ ਅਤੇ ਉਹ ਉਹਨਾਂ ਨੂੰ ਠੀਕ ਰਾਹ ਉੱਪਰ ਲਗਾ ਦਿੰਦੇ ਹਨ। ਉਪਸਾਗਰ ਦੀਆਂ ਤਕਲੀਫਾਂ ਦੂਰ ਕਰਨ ਲਈ ਅਗਸਤਯ ਦੇ ਵਾਂਗ ਹਨ ਅਤੇ ਅਗਿਆਨਤਾ ਅਤੇ ਹਨੇਰੇ ਦਾ ਨਾਸ਼ ਕਰਨ ਲਈ ਸੂਰਜ ਵਾਂਗ ਹਨ। ਸੰਤਾਂ ਦੇ ਦਿਲ ਵਿੱਚ ਭਗਵਾਨ ਵਾਸੂਦੇਵ ਵਸਦੇ ਹਨ। ਉਹ ਉਹਨਾਂ ਤੋਂ ਵੱਖਰੇ ਨਹੀਂ ਹਨ। ਸ਼੍ਰੀ ਸਾਈਂ ਵੀ ਉਸ ਸ਼੍ਰੇਣੀ ਵਿੱਚੋਂ ਹਨ ਜਿਨ੍ਹਾਂ ਨੂੰ ਭਗਤਾਂ ਦੇ ਕਲਿਆਣ ਲਈ ਵੀ ਅਵਤਾਰ ਲਿਆ ਗਿਆ ਹੈ। ਉਹ ਗਿਆਨ ਜੋਤੀ ਸਰੂਪ ਸਨ ਅਤੇ ਉਹਨਾਂ ਦਾ ਦੈਵੀ ਪ੍ਰਕਾਸ਼ ਨਿਰਾਲਾ ਸੀ। ਉਹਨਾਂ ਨੂੰ ਸਾਰੇ ਪ੍ਰਾਣੀਆਂ ਨਾਲ ਇੱਕੋ ਜਿਹਾ ਪਿਆਰ ਸੀ। ਉਹ ਕਾਮਨਾ ਰਹਿਤ ਸਨ। ਉਹਨਾਂ ਦੀ ਨਜ਼ਰ ਵਿੱਚ ਦੁਸ਼ਮਣ, ਦੋਸਤ, ਰਾਜਾ ਅਤੇ ਭਿਖਾਰੀ ਸਾਰੇ ਇੱਕ ਬਰਾਬਰ ਸਨ। ਪਾਠਕੋ, ਹੁਣ ਕਿਰਪਾ ਕਰਕੇ ਉਹਨਾਂ ਦਾ ਯਸ਼ ਸਰਵਣ ਕਰੋ। ਭਗਤਾਂ ਲਈ ਉਹਨਾਂ ਨੇ ਆਪਣਾ ਦੈਵੀ ਗੁਣਾ ਖਜ਼ਾਨਾ ਪੂਰੀ ਤਰ੍ਹਾਂ ਵਰਤਿਆ ਅਤੇ ਹਮੇਸ਼ਾ ਉਹਨਾਂ ਦੀ ਮਦਦ ਲਈ ਤਿਆਰ ਰਹਿੰਦੇ ਸਨ। ਉਹਨਾਂ ਦੀ ਮਰਜ਼ੀ ਤੋਂ ਬਗੈਰ ਕੋਈ ਭਗਤ ਉਹਨਾਂ ਦੇ ਕੋਲ ਪਹੁੰਚ ਹੀ ਨਹੀਂ ਸਕਦਾ ਸੀ। ਜੇ ਉਹਨਾਂ ਦੇ ਸ਼ੁਭ ਕਰਮ ਜਾਗੇ ਨਹੀਂ ਹੋਏ ਤਾਂ ਉਹਨਾਂ ਨੂੰ ਬਾਬਾ ਦੀ ਯਾਦ ਕਦੀ ਵੀ ਨਹੀਂ ਆਈ ਅਤੇ ਨਾ ਹੀ ਉਹਨਾਂ ਦੀਆਂ ਲੀਲਾਵਾਂ ਉਹਨਾਂ ਦੇ ਕੰਨਾਂ ਵਿੱਚ ਪਹੁੰਚ ਸਕੀਆਂ। ਤਾਂ ਫਿਰ ਬਾਬਾ ਦੇ ਦਰਸ਼ਨਾਂ ਦਾ ਖਿਆਲ ਵੀ ਉਹਨਾਂ ਨੂੰ ਕਿਵੇਂ ਆ ਸਕਦਾ ਸੀ? ਅਨੇਕਾਂ ਆਦਮੀਆਂ ਦੀ ਸ਼੍ਰੀ ਸਾਈਂ ਬਾਬਾ ਦੇ ਦਰਸ਼ਨ ਕਰਨ ਦੀ ਇੱਛਾ ਹੁੰਦੇ ਹੋਏ ਵੀ ਉਹਨਾਂ ਨੂੰ ਬਾਬਾ ਦੇ ਮਹਾਸਮਾਧੀ ਲੈਣ ਤੱਕ ਕੋਈ ਯੋਗ ਮੌਕਾ ਨਹੀਂ ਮਿਲ ਸਕਿਆ। ਇਹੋ ਜਿਹੇ ਆਦਮੀ ਜਿਹੜੇ ਬਾਬਾ ਦੇ ਦਰਸ਼ਨਾਂ ਤੋਂ ਵਾਂਝੇ ਰਹੇ ਹਨ, ਜੇ ਉਹ ਸ਼ਰਧਾ ਨਾਲ ਸਾਈਂ ਲੀਲਾਵਾਂ ਦਾ ਸਰਵਣ ਕਰਨਗੇ ਤਾਂ ਉਹਨਾਂ ਦੀ ਸਾਈਂ ਦਰਸ਼ਨਾਂ ਦੀ ਇੱਛਾ ਬਹੁਤ ਹੱਦ ਤੱਕ ਤ੍ਰਿਪਤ ਹੋ ਜਾਏਗੀ। ਚੰਗੀ ਕਿਸਮਤ ਨਾਲ ਜੇ ਕਿਸੇ ਤਰ੍ਹਾਂ ਬਾਬਾ ਦੇ ਦਰਸ਼ਨ ਹੋ ਗਏ ਤਾਂ ਉਹ ਉੱਥੇ ਜ਼ਿਆਦਾ ਦੇਰ ਠਹਿਰ ਨਹੀਂ ਸਕਿਆ। ਮਰਜ਼ੀ ਹੁੰਦੇ ਹੋਏ ਵੀ ਸਿਰਫ ਬਾਬਾ ਦੀ ਆਗਿਆ ਤੱਕ ਹੀ ਉੱਥੋਂ ਰੁਕਣਾ ਸੰਭਵ ਸੀ ਅਤੇ ਆਗਿਆ ਮਿਲਦੇ ਹੀ ਥਾਂ ਛੱਡਣੀ ਜ਼ਰੂਰੀ ਹੋ ਜਾਂਦੀ ਸੀ। ਇਸ ਲਈ ਇਹ ਸਾਰਾ ਬਾਬਾ ਦੀ ਸ਼ੁਭ ਇੱਛਾ ਉੱਤੇ ਹੀ ਨਿਰਭਰ ਕਰਦਾ ਸੀ। ਕਾਕਾ ਮਹਾਜਨੀ। ਇੱਕ ਵਾਰੀ ਕਾਕਾ ਮਹਾਜਨੀ ਬੰਬਈ ਤੋਂ ਸ਼ਿਰਡੀ ਪਹੁੰਚੇ। ਉਹਨਾਂ ਦਾ ਖਿਆਲ ਇੱਕ ਹਫ਼ਤਾ ਠਹਿਰਨ ਅਤੇ ਗੋਕੁਲ ਅਸ਼ਟਮੀ ਉਤਸਵ ਵਿੱਚ ਸ਼ਾਮਲ ਹੋਣ ਦਾ ਸੀ। ਦਰਸ਼ਨ ਕਰਨ ਤੋਂ ਬਾਅਦ ਬਾਬਾ ਨੇ ਉਹਨਾਂ ਨੂੰ ਪੁੱਛਿਆ, ਤੁਸੀਂ ਕਦੋਂ ਵਾਪਸ ਜਾਓਗੇ? ਉਹਨਾਂ ਨੂੰ ਬਾਬਾ ਦੇ ਇਸ ਸਵਾਲ 'ਤੇ ਹੈਰਾਨੀ ਜਿਹੀ ਹੋਈ। ਜਵਾਬ ਦੇਣਾ ਤਾਂ ਜ਼ਰੂਰੀ ਹੀ ਸੀ। ਇਸ ਲਈ ਉਹਨਾਂ ਨੇ ਕਿਹਾ, ਜਦੋਂ ਬਾਬਾ ਆਗਿਆ ਦੇਣ। ਬਾਬਾ ਨੇ ਅਗਲੇ ਦਿਨ ਵਾਪਸ ਜਾਣ ਦੀ ਆਗਿਆ ਦੇ ਦਿੱਤੀ। ਬਾਬਾ ਦੇ ਸ਼ਬਦ ਤਾਂ ਕਾਨੂੰਨ ਸੀ ਜਿਨ੍ਹਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਸੀ। ਕਾਕਾ ਮਹਾਜਨੀ ਉਸ ਵੇਲੇ ਰਵਾਨਾ ਹੋ ਗਏ। ਜਦੋਂ ਉਹ ਬੰਬਈ ਵਿੱਚ ਆਪਣੇ ਦਫ਼ਤਰ ਪਹੁੰਚੇ ਤਾਂ ਉਹਨਾਂ ਨੂੰ ਆਪਣੇ ਸੇਠ ਦੇ ਬੜੀ ਬੇਚੈਨੀ ਨਾਲ ਉਡੀਕਦੇ ਦੇਖਿਆ। ਮੁਨੀਮ ਦੇ ਅਚਾਨਕ ਬਿਮਾਰ ਹੋ ਜਾਣ ਕਰਕੇ ਕਾਕਾ ਦੇ ਉੱਥੇ ਹਾਜ਼ਰ ਹੋਣਾ ਜ਼ਰੂਰੀ ਸੀ। ਸੇਠ ਨੇ ਸ਼ਿਰਡੀ ਜਿਹੜੀ ਚਿੱਠੀ ਕਾਕਾ ਦੇ ਲਈ ਭੇਜੀ ਸੀ, ਉਹ ਬੰਬਈ ਦੇ ਪਤੇ 'ਤੇ ਉਹਨਾਂ ਨੂੰ ਵਾਪਸ ਭੇਜ ਦਿੱਤੀ ਗਈ। ਭਾਊ ਸਾਹਿਬ ਧਮਾਲ। ਹੁਣ ਇੱਕ ਇਸ ਤੋਂ ਉਲਟ ਕਥਾ ਸੁਣੋ। ਇੱਕ ਵਾਰੀ ਭਾਊ ਸਾਹਿਬ ਧਮਾਲ ਇੱਕ ਮੁਕੱਦਮੇ ਦੇ ਸਿਲਸਿਲੇ ਵਿੱਚ ਨਿਫਾੜ ਦੀ ਕਚਹਿਰੀ ਜਾ ਰਹੇ ਸੀ। ਰਾਹ ਵਿੱਚ ਉਹ ਸ਼ਿਰਡੀ ਉਤਰੇ। ਉਹਨਾਂ ਨੇ ਬਾਬਾ ਦੇ ਦਰਸ਼ਨ ਕੀਤੇ ਅਤੇ ਉਸੇ ਵੇਲੇ ਹੀ ਨਿਫਾੜ ਰਵਾਨਾ ਹੋ ਗਏ, ਪਰ ਬਾਬਾ ਦੀ ਮਨਜ਼ੂਰੀ ਨਹੀਂ ਮਿਲੀ। ਬਾਬਾ ਨੇ ਉਹਨਾਂ ਨੂੰ ਸ਼ਿਰਡੀ ਵਿੱਚ ਇੱਕ ਹਫ਼ਤਾ ਹੋਰ ਰੋਕ ਲਿਆ। ਇਸ ਦੌਰਾਨ ਨਿਫਾੜ ਦੇ ਜੱਜ ਪੇਟ ਦਰਦ ਨਾਲ ਬਿਮਾਰ ਹੋ ਗਏ। ਇਸ ਕਰਕੇ ਉਹਨਾਂ ਦਾ ਮੁਕੱਦਮਾ ਕਿਸੇ ਅਗਲੇ ਦਿਨ ਦੀ ਲਈ ਵਧਾ ਦਿੱਤਾ ਗਿਆ। ਇੱਕ ਹਫ਼ਤੇ ਬਾਅਦ ਭਾਊ ਸਾਹਿਬ ਨੂੰ ਵਾਪਸ ਜਾਣ ਦੀ ਆਗਿਆ ਮਿਲੀ। ਇਸ ਮਾਮਲੇ ਦੀ ਸੁਣਵਾਈ ਮਹੀਨਿਆਂ ਤੱਕ ਅਤੇ 4 ਜੱਜਾਂ ਕੋਲੋਂ ਹੋਈ। ਅਖੀਰ ਵਿੱਚ ਧਮਾਲ ਨੇ ਮੁਕੱਦਮੇ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਉਹਨਾਂ ਦਾ ਮੁਵੱਕਿਲ ਮਾਮਲੇ ਵਿੱਚ ਬਰੀ ਹੋ ਗਿਆ। ਸ਼੍ਰੀਮਤੀ ਨਿਮੋਨਕਰ। ਸ਼੍ਰੀ ਨਾਨਾ ਸਾਹਿਬ ਨਿਮੋਨਕਰ, ਜਿਹੜੇ ਨਿਮੋਨ ਦੇ ਨਿਵਾਸੀ ਅਤੇ ਅਨਰੇਰੀ ਜੱਜ ਸੀ, ਸ਼ਿਰਡੀ ਵਿੱਚ ਆਪਣੀ ਪਤਨੀ ਦੇ ਨਾਲ ਠਹਿਰੇ ਹੋਏ ਸੀ। ਨਿਮੋਨਕਰ ਅਤੇ ਉਹਨਾਂ ਦੀ ਪਤਨੀ ਜ਼ਿਆਦਾ ਵਕਤ ਬਾਬਾ ਦੀ ਸੇਵਾ ਅਤੇ ਸੰਗਤ ਵਿੱਚ ਬਤੀਤ ਕਰਦੇ ਸੀ। ਇੱਕ ਵਾਰੀ ਇਸ ਤਰ੍ਹਾਂ ਦਾ ਮੌਕਾ ਆਇਆ ਕਿ ਉਹਨਾਂ ਦਾ ਪੁੱਤਰ ਬੇਲਾਪੁਰ ਵਿੱਚ ਬਿਮਾਰ ਹੋ ਗਿਆ ਤਾਂ ਉਸ ਦੀ ਮਾਤਾ ਨੇ ਉੱਥੇ ਜਾ ਕੇ ਆਪਣੇ ਪੁੱਤਰ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਕੁਝ ਦਿਨ ਉੱਥੇ ਠਹਿਰਨ ਦਾ ਇਰਾਦਾ ਕੀਤਾ। ਪਰ ਸ਼੍ਰੀ ਨਾਨਾ ਸਾਹਿਬ ਨਿਮੋਨਕਰ ਨੇ ਦੂਸਰੇ ਦਿਨ ਹੀ ਵਾਪਸ ਆਉਣ ਲਈ ਕਿਹਾ। ਉਹ ਦੁਵਿਧਾ ਵਿੱਚ ਪੈ ਗਈ ਕਿ ਹੁਣ ਕੀ ਕਰਨਾ ਚਾਹੀਦਾ ਹੈ, ਪਰ ਬਾਬਾ ਨੇ ਮਦਦ ਕੀਤੀ। ਸ਼ਿਰਡੀ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਹ ਬਾਬਾ ਕੋਲ ਗਈ। ਬਾਬਾ
ਸਾਠੇਵਾੜਾ ਦੇ ਨੇੜੇ ਨਾਨਾ ਸਾਹਿਬ ਅਤੇ ਹੋਰ ਲੋਕਾਂ ਦੇ ਨਾਲ ਖੜੇ ਹੋਏ ਸੀ। ਉਹਨਾਂ ਨੇ ਜਾ ਕੇ ਚਰਨ ਛੂਹੇ ਅਤੇ ਜਾਣ ਦੀ ਆਗਿਆ ਮੰਗੀ। ਬਾਬਾ ਨੇ ਉਹਨਾਂ ਨੂੰ ਕਿਹਾ, ਜਲਦੀ ਜਾਓ, ਘਬਰਾਓ ਨਾ, ਸ਼ਾਂਤੀ ਨਾਲ ਵੇਲਾਪੁਰ ਵਿੱਚ 4 ਦਿਨ ਸੁੱਖ ਨਾਲ ਰਹਿ ਕੇ ਸਾਰੇ ਰਿਸ਼ਤੇਦਾਰਾਂ ਨੂੰ ਮਿਲੋ ਅਤੇ ਫਿਰ ਸ਼ਿਰਡੀ ਆ ਜਾਣਾ। ਬਾਬਾ ਦੇ ਸ਼ਬਦ ਕਿੰਨੇ ਮੌਕੇ ਮੁਤਾਬਕ ਸਨ। ਸ਼੍ਰੀ ਨਿਮੋਨਕਰ ਦੀ ਆਗਿਆ ਬਾਬਾ ਵੱਲੋਂ ਰੱਦ ਹੋ ਗਈ। ਨਾਸਿਕ ਦੇ ਮੁੱਲੇ ਸ਼ਾਸਤਰੀ। ਨਾਸਿਕ ਦੇ ਇੱਕ ਉਦਮੀ ਅਗਨੀਹੋਤਰੀ ਬ੍ਰਾਹਮਣ ਸੀ ਜਿਨ੍ਹਾਂ ਦਾ ਨਾਮ ਮੁੱਲੇ ਸ਼ਾਸਤਰੀ ਸੀ। ਉਹਨਾਂ ਨੇ 6 ਸ਼ਾਸਤਰਾਂ ਦਾ ਅਧਿਐਨ ਕੀਤਾ ਸੀ ਅਤੇ ਜੋਤਿਸ਼ ਅਤੇ ਸਮੁੰਦਰੀ ਸ਼ਾਸਤਰ ਵਿੱਚ ਵੀ ਨਿਪੁੰਨ ਸਨ। ਇੱਕ ਵਾਰੀ ਉਹ ਨਾਗਪੁਰ ਦੇ ਪ੍ਰਸਿੱਧ ਕਰੋੜਪਤੀ ਸ਼੍ਰੀ ਬਾਪੂ ਸਾਹਿਬ ਬੂਟੀ ਨੂੰ ਮਿਲਣ ਤੋਂ ਬਾਅਦ ਹੋਰ ਸੱਜਣਾਂ ਦੇ ਨਾਲ ਬਾਬਾ ਦੇ ਦਰਸ਼ਨ ਕਰਨ ਲਈ ਮਸਜਿਦ ਵਿੱਚ ਆਏ। ਬਾਬਾ ਨੇ ਫਲ ਵੇਚਣ ਵਾਲੇ ਕੋਲੋਂ ਕਈ ਤਰ੍ਹਾਂ ਦੇ ਫਲ ਅਤੇ ਹੋਰ ਚੀਜ਼ਾਂ ਖਰੀਦੀਆਂ ਅਤੇ ਮਸਜਿਦ ਵਿੱਚ ਹਾਜ਼ਰ ਲੋਕਾਂ ਦੇ ਵਿੱਚ ਵੰਡ ਦਿੱਤੀਆਂ। ਬਾਬਾ ਅੰਬ ਨੂੰ ਇੰਨੀ ਸਫਾਈ ਨਾਲ ਚਾਰੋਂ ਪਾਸਿਓਂ ਦੱਬ ਦਿੰਦੇ ਸੀ ਕਿ ਚੂਸਦੇ ਹੀ ਸਾਰਾ ਰਸ ਮੂੰਹ ਵਿੱਚ ਆ ਜਾਂਦਾ ਸੀ ਅਤੇ ਗਿਟਕ ਅਤੇ ਛਿੱਲੜ ਫਟਾਫਟ ਸੁੱਟਿਆ ਜਾ ਸਕਦਾ ਸੀ। ਬਾਬਾ ਨੇ ਕੇਲੇ ਛਿੱਲ ਕੇ ਭਗਤਾਂ ਵਿੱਚ ਵੰਡ ਦਿੱਤੇ ਅਤੇ ਛਿੱਲੜ ਆਪਣੇ ਲਈ ਰੱਖ ਲਏ। ਹੱਥ ਦੀਆਂ ਲਕੀਰਾਂ ਦੇਖ ਕੇ ਮਾਹਿਰ ਹੋਣ ਕਰਕੇ ਮੁੱਲੇ ਸ਼ਾਸਤਰੀ ਨੇ ਬਾਬਾ ਦਾ ਹੱਥ ਦੇਖਣ ਦੀ ਬੇਨਤੀ ਕੀਤੀ, ਪਰ ਬਾਬਾ ਨੇ ਉਹਨਾਂ ਦੀ ਬੇਨਤੀ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਉਹਨਾਂ ਨੂੰ 4 ਕੇਲੇ ਦਿੱਤੇ। ਇਸ ਤੋਂ ਬਾਅਦ ਸਾਰੇ ਲੋਕ ਵਾੜੇ ਨੂੰ ਵਾਪਸ ਆ ਗਏ। ਹੁਣ ਮੁੱਲੇ ਸ਼ਾਸਤਰੀ ਨੇ ਇਸ਼ਨਾਨ ਕੀਤਾ ਅਤੇ ਪਵਿੱਤਰ ਕੱਪੜੇ ਧਾਰਨ ਕਰਕੇ ਅਗਨੀਹੋਤਰ ਆਦਿ ਵਿੱਚ ਜੁਟ ਗਏ। ਬਾਬਾ ਨੇ ਆਪਣੇ ਨੇਮ ਅਨੁਸਾਰ ਲੇਂਡੀ ਨੂੰ ਰਵਾਨਾ ਹੋ ਗਏ। ਜਾਂਦੇ ਜਾਂਦੇ ਉਹਨਾਂ ਨੇ ਕਿਹਾ ਕਿ ਕੁਝ ਗੇਰੂ ਲੈ ਆਉਣਾ, ਅੱਜ ਭਗਵੇਂ ਕੱਪੜੇ ਰੰਗਾਂਗੇ। ਬਾਬਾ ਦੇ ਸ਼ਬਦਾਂ ਦਾ ਮਤਲਬ ਕਿਸੇ ਨੂੰ ਵੀ ਸਮਝ ਨਹੀਂ ਆਇਆ। ਕੁਝ ਦੇਰ ਬਾਅਦ ਬਾਬਾ ਵਾਪਸ ਆਏ। ਹੁਣ ਦੁਪਹਿਰ ਦੀ ਆਰਤੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਬਾਪੂ ਸਾਹਿਬ ਜੋਗ ਨੇ ਮੁੱਲੇ ਨੂੰ ਆਰਤੀ ਵਿੱਚ ਜਾਣ ਲਈ ਪੁੱਛਿਆ। ਉਹਨਾਂ ਜਵਾਬ ਦਿੱਤਾ ਕਿ ਉਹ ਸ਼ਾਮ ਵੇਲੇ ਪਾਵਨ ਦਰਸ਼ਨਾਂ ਨੂੰ ਜਾਣਗੇ। ਤਾਂ ਜੋਗ ਇਕੱਲੇ ਹੀ ਚਲੇ ਗਏ। ਬਾਬਾ ਦੇ ਆਸਨ ਉੱਪਰ ਬੈਠਦੇ ਹੀ ਭਗਤਾਂ ਨੇ ਉਹਨਾਂ ਦੀ ਪੂਜਾ ਸ਼ੁਰੂ ਕੀਤੀ। ਹੁਣ ਆਰਤੀ ਸ਼ੁਰੂ ਹੋ ਗਈ। ਬਾਬਾ ਨੇ ਕਿਹਾ, ਉਸ ਨਵੇਂ ਬ੍ਰਾਹਮਣ ਕੋਲੋਂ ਕੁਝ ਦਕਸ਼ਨਾ ਲੈ ਕੇ ਆਵੋ। ਬੂਟੀ ਆਪ ਦਕਸ਼ਨਾ ਲੈਣ ਵਾਸਤੇ ਗਏ ਅਤੇ ਉਹਨਾਂ ਨੇ ਬਾਬਾ ਦਾ ਸੁਨੇਹਾ ਮੁੱਲੇ ਸ਼ਾਸਤਰੀ ਨੂੰ ਸੁਣਾਇਆ। ਉਹ ਬੁਰੀ ਤਰ੍ਹਾਂ ਘਬਰਾ ਗਏ। ਉਹ ਸੋਚਣ ਲੱਗੇ ਕਿ ਮੈਂ ਇੱਕ ਅਗਨੀਹੋਤਰ ਬ੍ਰਾਹਮਣ ਹਾਂ, ਫਿਰ ਮੈਨੂੰ ਦਕਸ਼ਨਾ ਦੇਣਾ ਕੀ ਠੀਕ ਹੈ? ਮੰਨਿਆ ਕਿ ਬਾਬਾ ਇੱਕ ਮਹਾਨ ਸੰਤ ਹਨ, ਪਰ ਮੈਂ ਤਾਂ ਉਹਨਾਂ ਦਾ ਚੇਲਾ ਨਹੀਂ ਹਾਂ। ਫਿਰ ਵੀ ਉਹਨਾਂ ਨੇ ਸੋਚਿਆ ਕਿ ਜਦੋਂ ਬਾਬਾ ਵਰਗੇ ਮਹਾਨ ਸੰਤ ਦਕਸ਼ਨਾ ਮੰਗ ਰਹੇ ਹਨ ਅਤੇ ਬੂਟੀ ਵਰਗੇ ਇੱਕ ਕਰੋੜਪਤੀ ਲੈਣ ਵਾਸਤੇ ਆਏ ਹਨ, ਤਾਂ ਉਹ ਮਨਾ ਕਿਸ ਤਰ੍ਹਾਂ ਕਰ ਸਕਦੇ ਸੀ। ਇਸ ਲਈ ਉਹ ਆਪਣਾ ਕਾਰਜ ਵਿੱਚ ਹੀ ਛੱਡ ਕੇ ਉਸ ਵੇਲੇ ਬੂਟੀ ਨਾਲ ਮਸਜਿਦ ਆ ਗਏ। ਉਹ ਆਪਣੇ ਆਪ ਨੂੰ ਸ਼ੁੱਧ ਅਤੇ ਪਵਿੱਤਰ ਅਤੇ ਮਸਜਿਦ ਨੂੰ ਅਪਵਿੱਤਰ ਸਮਝ ਕੇ ਕੁਝ ਦੂਰ ਖੜੇ ਹੋ ਗਏ ਅਤੇ ਦੂਰੋਂ ਹੀ ਹੱਥ ਜੋੜ ਕੇ ਉਹਨਾਂ ਨੇ ਬਾਬਾ ਉੱਪਰ ਫੁੱਲ ਸੁੱਟੇ। ਯਕਦਮ ਉਹਨਾਂ ਨੂੰ ਦੇਖਿਆ ਕਿ ਬਾਬਾ ਦੇ ਆਸਨ ਉੱਪਰ ਉਹਨਾਂ ਦੇ ਕੈਲਾਸ਼ਵਾਸੀ ਗੁਰੂ ਗੋਲਬ ਸਵਾਮੀ ਵਿਰਾਜਮਾਨ ਹਨ। ਉਹਨਾਂ ਆਪਣੇ ਗੁਰੂ ਨੂੰ ਉੱਥੇ ਦੇਖ ਕੇ ਉਹਨਾਂ ਨੂੰ ਬਹੁਤ ਹੀ ਹੈਰਾਨੀ ਹੋਈ। ਕਿਤੇ ਇਹ ਸੁਪਨਾ ਤਾਂ ਨਹੀਂ ਸੀ? ਨਹੀਂ, ਇਹ ਸੁਪਨਾ ਨਹੀਂ ਹੈ, ਮੈਂ ਪੂਰਾ ਜਾਗ ਰਿਹਾ। ਪਰ ਜਾਗਦੇ ਹੋਏ ਵੀ ਮੇਰੇ ਪ੍ਰਭੂ ਗੁਰੂ ਮਹਾਰਾਜ ਕਿਸੇ ਤਰ੍ਹਾਂ ਇੱਥੇ ਕਿਸ ਤਰ੍ਹਾਂ ਆ ਪਹੁੰਚੇ? ਕੁਝ ਦੇਰ ਉਹਨਾਂ ਨੇ ਮੂੰਹ ਵਿੱਚੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ। ਉਹਨਾਂ ਨੇ ਆਪਣੀ ਚੁੰਡੀ ਵੱਡੀ ਅਤੇ ਫਿਰ ਵਿਚਾਰ ਕੀਤਾ, ਪਰ ਉਹ ਫੈਸਲਾ ਨਹੀਂ ਕਰ ਸਕੇ ਕਿ ਕੈਲਾਸ਼ਵਾਸੀ ਗੁਰੂ ਗੋਲਬ ਸਵਾਮੀ ਮਸਜਿਦ ਵਿੱਚ ਕਿਵੇਂ ਆ ਗਏ। ਫਿਰ ਸਾਰੇ ਸ਼ੱਕ ਦੂਰ ਕਰਕੇ ਉਹ ਅੱਗੇ ਵਧੇ ਅਤੇ ਗੁਰੂ ਦੇ ਚਰਨਾਂ 'ਤੇ ਡਿੱਗ ਕੇ ਹੱਥ ਜੋੜ ਕੇ ਉਸਤਤ ਕੀਤੀ। ਦੂਸਰੇ ਭਗਤ ਤਾਂ ਬਾਬਾ ਦੀ ਆਰਤੀ ਗਾ ਰਹੇ ਸਨ, ਪਰ ਮੁੱਲੇ ਸ਼ਾਸਤਰੀ ਆਪਣੇ ਗੁਰੂ ਦੇ ਨਾਂ ਦਾ ਹੀ ਉੱਚੀ ਆਵਾਜ਼ ਵਿੱਚ ਜਾਪ ਕਰ ਰਹੇ ਸਨ। ਫਿਰ ਇੱਕ ਜਾਤ ਪਾਤ ਦਾ ਹੰਕਾਰ ਅਤੇ ਪਵਿੱਤਰਤਾ ਅਤੇ ਅਪਵਿੱਤਰਤਾ ਦੀ ਕਲਪਨਾ ਤਿਆਗ ਕੇ ਉਹ ਗੁਰੂ ਦੇ ਚਰਨਾਂ ਦੇ ਵਿੱਚ ਡਿੱਗ ਪਏ। ਉਹਨਾਂ ਨੇ ਅੱਖਾਂ ਬੰਦ ਕਰ ਲਈਆਂ, ਪਰ ਜਦੋਂ ਖੜੇ ਹੋ ਕੇ ਉਹਨਾਂ ਦੇ ਅੱਖਾਂ ਖੁੱਲ੍ਹੀਆਂ ਤਾਂ ਬਾਬਾ ਦਕਸ਼ਿਨਾ ਮੰਗਦੇ ਹੋਏ ਦੇਖਿਆ। ਬਾਬਾ ਦਾ ਆਨੰਦਮਈ ਰੂਪ ਅਤੇ ਉਹਨਾਂ ਦੀ ਅਥੱਕ ਸ਼ਕਤੀ ਦੇਖ ਕੇ ਮੁੱਲੇ ਸ਼ਾਸਤਰੀ ਨੂੰ ਆਪਣਾ ਭੁੱਲ ਦਾ ਅਹਿਸਾਸ ਹੋਇਆ। ਉਹਨਾਂ ਨੂੰ ਖੁਸ਼ੀ ਹੋਈ ਕਿ ਕੋਈ ਟਿਕਾਣਾ ਚਾਹੀਦਾ, ਟਿਕਾਣਾ ਨਾ ਰਿਹਾ। ਉਹਨਾਂ ਦੀਆਂ ਅੱਖਾਂ ਅਥਰੂਆਂ ਨਾਲ ਭਰੀਆਂ ਹੁੰਦੇ ਹੋਏ ਵੀ ਖੁਸ਼ੀ ਨਾਲ ਨੱਚ ਰਹੀਆਂ ਸਨ। ਉਹਨਾਂ ਨੇ ਬਾਬਾ ਨੂੰ ਫਿਰ ਨਮਸਕਾਰ ਕੀਤੀ ਅਤੇ ਦਕਸ਼ਨਾ ਦਿੱਤੀ। ਮੁੱਲੇ ਸ਼ਾਸਤਰੀ ਕਹਿਣ ਲੱਗੇ ਕਿ ਮੇਰੇ ਸਾਰੇ ਸ਼ੱਕ ਦੂਰ ਹੋ ਗਏ। ਅੱਜ ਮੈਨੂੰ ਮੇਰੇ ਗੁਰੂ ਦੇ ਦਰਸ਼ਨ ਹੋ ਗਏ।
ਗੇਰੂ ਲਿਆਓ, ਅੱਜ ਭਗਵੇ ਕੱਪੜੇ ਰੰਗਾਂਗੇ। ਬਾਬਾ ਦੇ ਇਹਨਾਂ ਸ਼ਬਦਾਂ ਦਾ ਮਤਲਬ ਸਾਰਿਆਂ ਦੀ ਸਮਝ ਵਿੱਚ ਆ ਗਿਆ। ਇਸ ਤਰ੍ਹਾਂ ਦੀ ਅਜੀਬ ਲੀਲਾ ਸਾਈਂ ਬਾਬਾ ਜੀ ਸੀ। ਡਾਕਟਰ, ਇੱਕ ਵਾਰੀ ਇੱਕ ਮਾਮਲੇਦਾਰ ਆਪਣੇ ਇੱਕ ਡਾਕਟਰ ਦੋਸਤ ਦੇ ਨਾਲ ਸ਼ਿਰਡੀ ਪਧਾਰੇ। ਡਾਕਟਰ ਦਾ ਕਹਿਣਾ ਸੀ ਕਿ ਮੇਰੇ ਗੁਰੂ ਸ਼੍ਰੀ ਰਾਮ ਹਨ, ਮੈਂ ਕਿਸੇ ਯਵਨ ਅੱਗੇ ਸਿਰ ਨਹੀਂ ਝੁਕਾਵਾਂਗਾ। ਇਸ ਲਈ ਸ਼ਿਰਡੀ ਜਾਣ ਲਈ ਤਿਆਰ ਨਹੀਂ ਸੀ। ਮਾਮਲੇਦਾਰ ਨੇ ਸਮਝਾਇਆ ਕਿ ਤੈਨੂੰ ਨਮਨ ਕਰਨ ਲਈ ਕੋਈ ਮਜਬੂਰ ਨਹੀਂ ਕਰੇਗਾ ਤੇ ਨਾ ਹੀ ਕੋਈ ਇਸ ਤਰ੍ਹਾਂ ਕਰਨ ਲਈ ਆਖੇਗਾ, ਇਸ ਲਈ ਮੇਰੇ ਨਾਲ ਚੱਲੋ, ਖੁਸ਼ੀ ਮਿਲੇਗੀ। ਉਹ ਸ਼ਿਰਡੀ ਪਹੁੰਚੇ ਤੇ ਬਾਬਾ ਦੇ ਦਰਸ਼ਨਾਂ ਲਈ ਗਏ, ਪਰ ਡਾਕਟਰ ਨੂੰ ਹੀ ਸਭ ਤੋਂ ਅੱਗੇ ਜਾਂਦੇ ਦੇਖ, ਬਾਬਾ ਦੀ ਸਾਰਿਆਂ ਨਾਲੋਂ ਪਹਿਲਾਂ ਚਰਨ ਵੰਦਨਾ ਕਰਦੇ ਦੇਖ ਸਾਰਿਆਂ ਨੂੰ ਬੜੀ ਹੈਰਾਨੀ ਹੋਈ। ਲੋਕਾਂ ਨੇ ਡਾਕਟਰ ਨੂੰ ਆਪਣਾ ਫੈਸਲਾ ਬਦਲਣ ਅਤੇ ਉਸ ਦਾ ਇਸ ਤਰ੍ਹਾਂ ਇੱਕ ਯਵਨ ਨੂੰ ਦੰਡਵਤ ਕਰਨ ਦਾ ਕਾਰਨ ਪੁੱਛਿਆ। ਡਾਕਟਰ ਨੇ ਦੱਸਿਆ ਕਿ ਬਾਬਾ ਦੀ ਜਗ੍ਹਾ ਤੇ ਉਸ ਨੂੰ ਆਪਣੇ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਹੋਏ ਅਤੇ ਇਸ ਲਈ ਉਹਨਾਂ ਨੇ ਨਮਸਕਾਰ ਕੀਤਾ। ਜਦੋਂ ਉਹ ਇਹ ਕਹਿ ਰਹੇ ਸੀ ਤਾਂ ਉਹਨਾਂ ਨੂੰ ਸਾਈਂ ਬਾਬਾ ਦਾ ਰੂਪ ਫੇਰ ਦਿਸਣ ਲੱਗਾ। ਉਹ ਹੈਰਾਨ ਹੋ ਕੇ ਬੋਲੇ ਕਿ ਇਹ ਸੁਪਨਾ ਹੈ, ਇਹ ਯਵਨ ਕਿਸ ਤਰ੍ਹਾਂ ਹੋ ਸਕਦੇ ਹਨ? ਅਰੇ ਇਹ ਤਾਂ ਪੂਰਨ ਯੋਗ ਅਵਤਾਰ ਹਨ। ਦੂਸਰੇ ਦਿਨ ਤੋਂ ਉਹਨਾਂ ਨੇ ਵਰਤ ਰੱਖਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪ੍ਰਣ ਕੀਤਾ ਕਿ ਜਦੋਂ ਤੱਕ ਬਾਬਾ ਆਪ ਬੁਲਾ ਕੇ ਆਸ਼ੀਰਵਾਦ ਨਹੀਂ ਦੇਣਗੇ ਉਦੋਂ ਤੱਕ ਮਸਜਿਦ ਵਿੱਚ ਕਦੀ ਵੀ ਨਹੀਂ ਜਾਵਾਂਗਾ। ਇਸ ਤਰ੍ਹਾਂ 3 ਦਿਨ ਬੀਤ ਗਏ। ਚੌਥੇ ਦਿਨ ਉਹਨਾਂ ਦਾ ਇੱਕ ਖਾਸ ਦੋਸਤ ਖਾਨਦੇਸ਼ ਤੋਂ ਸ਼ਿਰਡੀ ਆਇਆ। ਉਹ ਦੋਵੇਂ ਮਸਜਿਦ ਵਿੱਚ ਬਾਬਾ ਦੇ ਦਰਸ਼ਨ ਕਰਨ ਗਏ। ਨਮਸਕਾਰ ਹੋਣ ਦੇ ਮਗਰੋਂ ਬਾਬਾ ਨੇ ਡਾਕਟਰ ਨੂੰ ਪੁੱਛਿਆ, ਤੁਹਾਨੂੰ ਬੁਲਾਉਣ ਦੀ ਆਗਿਆ ਤਕਲੀਫ ਕਿਸਨੇ ਕੀਤੀ ਸੀ? ਤੁਸੀਂ ਇਸੇ ਕਿਸ ਤਰ੍ਹਾਂ ਆਏ? ਇਹ ਸਵਾਲ ਸੁਣ ਕੇ ਡਾਕਟਰ ਭਾਵੁਕ ਹੋ ਗਏ ਅਤੇ ਉਸ ਰਾਤ ਨੂੰ ਬਾਬਾ ਨੇ ਉਹਨਾਂ ਉੱਪਰ ਕਿਰਪਾ ਕੀਤੀ। ਡਾਕਟਰ ਨੂੰ ਨੀਂਦ ਵਿੱਚ ਹੀ ਪਰਮਾਨੰਦ ਦਾ ਅਨੁਭਵ ਹੋਇਆ। ਉਹ ਆਪਣੇ ਸ਼ਹਿਰ ਵਾਪਸ ਆਏ ਤਾਂ ਵੀ ਉਹਨਾਂ ਨੂੰ 15 ਦਿਨਾਂ ਤੱਕ ਉਸ ਤਰ੍ਹਾਂ ਹੀ ਮਹਿਸੂਸ ਹੁੰਦਾ ਰਿਹਾ। ਇਸ ਤਰ੍ਹਾਂ ਉਹਨਾਂ ਦੀ ਸਾਈ ਭਗਤੀ ਕਈ ਗੁਣਾ ਵੱਧ ਗਈ। ਇਹਨਾਂ ਕਥਾਵਾਂ ਨੂੰ ਸਿੱਖਿਆ ਖਾਸ ਕਰਕੇ ਮੁੱਲੇ ਸ਼ਾਸਤਰੀ ਦੀ ਇਹੀ ਹੈ ਕਿ ਆਪਣੇ ਗੁਰੂ ਵਿੱਚ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਹੈ। ਅਗਲੇ ਅਧਿਆਇ ਵਿੱਚ ਬਾਬਾ ਦੀਆਂ ਹੋਰ ਲੀਲਾਵਾਂ ਦਾ ਵਰਣਨ ਹੋਵੇਗਾ। ਸ਼੍ਰੀ ਸਤਿਗੁਰੂ ਸਾਈਨਾਥ ਨੂੰ ਸੀਸ ਝੁਕਾਓ, ਸਾਰੇ ਸੁਖ ਸ਼ਾਂਤੀ ਪਾਓ। ਓਮ ਸਾਈ ਰਾਮ।